हलचल टीवी देख रहे समूह दर्शकों को प्यार भरी सत श्री अकाल। दर्शकों, अज तुहाडे रूबरू करवा रहे हैं भारतीय किसान यूनियन पंजाब के कौमी जनरल सकत्तर बलवंत सिंह बहराम के जी। बलवंत सिंह जी, तुहाडा स्वागत है। वाहिगुरू जी का खालसा, वाहिगुरू जी की फतेह। असीं धन्नवादी हाँ हलचल टीवी कनेडा दे, ਜਿਹੜੇ ਤੁਸੀਂ ਸਾਰੀਆਂ ਇਸ ਅੰਦੋਲਨ ਦੀਆਂ ਕਿਸਾਨਾਂ ਦੀਆਂ ਖਬਰਾਂ ਅਪਡੇਟ ਕਰਕੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਭੇਜਦੇ ਹੋ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਬਲਵੰਤ ਸਿੰਘ ਜੀ, ਪਹਿਲਾਂ ਤਾਂ ਤੁਹਾਡੀ ਜਥੇਬੰਦੀ ਦੀ ਬੈਕਗਰਾਉਂਡ ਜਾਣਨਾ ਚਾਹਾਂਗੇ। ਸਾਡੇ ਦਰਸ਼ਕਾਂ ਨੂੰ ਜਥੇਬੰਦੀ ਬਾਰੇ ਵੇਰਵਾ ਪਾਓ ਕਿ ਜਿਹੜੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਹੈ ਇਹ ਕਦੋਂ ਸ਼ੁਰੂ ਹੋਈ ਤੇ ਕਿਸਾਨੀ ਲਈ ਜਿਹੜੇ ਮੁੱਦੇ ਤੁਸੀਂ ਉਠਾਉਣ ਲਈ ਜਿਹੜਾ ਇਹ ਯਤਨ ਕੀਤਾ ਹੈ ਇਹ ਕਦੋਂ ਤੋਂ ਸ਼ੁਰੂ ਕੀਤਾ? ਅਸਲ ਦੇ ਵਿੱਚ ਮੇਰੇ ਫਾਦਰ ਸਰਦਾਰ ਬਾਜ ਸਿੰਘ ਬਹਿਰਾਮ ਕੇ ਜੀ, ਜਿਹੜੇ 1975 ਦੇ ਵਿੱਚ ਜੀ ਜਦੋਂ ਪੰਜਾਬ ਦੇ ਵਿੱਚ ਜ਼ਿਮੀਂਦਾਰ ਯੂਨੀਅਨ ਬਣੀ ਜੀ, ਉਸ ਸਮੇਂ ਦੇ ਉੱਪਰ ਉਹਨਾਂ ਨੇ ਜਥੇਬੰਦੀ ਦਾ ਸੇਵਾਦਾਰ ਹੋਣ ਦੇ ਨਾਤੇ ਸੇਵਾ ਨਿਭਾਉਂਦੇ ਰਹੇ ਜੀ। ਉਸ ਤੋਂ ਬਾਅਦ ਚੰਗੀਆਂ ਸੇਵਾਵਾਂ ਦੇਖਦੇ ਹੋਏ ਮੇਰੇ ਫਾਦਰ ਸਾਹਿਬ ਦੀਆਂ ਜੀ ਤੇ ਉਹ ਜਥੇਬੰਦੀ ਦੇ ਵਿੱਚ ਇੱਕ ਚੰਗਾ ਸਥਾਨ ਉਹਨਾਂ ਨੇ ਪ੍ਰਾਪਤ ਕੀਤਾ ਜੀ। ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਬਣੇ ਜੀ, ਜਿਹੜੇ ਲਗਾਤਾਰ 15 ਸਾਲ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਰਹੇ ਜੀ। ਔਰ ਉਸ ਤੋਂ ਬਾਅਦ ਜੀ ਹੋਰ ਚੰਗੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਜੀ ਭਾਰਤੀ ਕਿਸਾਨ ਯੂਨੀਅਨ ਜੋ ਜ਼ਿਮੀਂਦਾਰ ਕਿਸਾਨ ਯੂਨੀਅਨ ਸੀ ਉਹ ਭਾਰਤੀ ਕਿਸਾਨ ਯੂਨੀਅਨ ਬਣੀ ਜੀ। ਪਰ ਉਸ ਤੋਂ ਉਹ ਸਮਾਂ ਸਰਦਾਰ ਜਮੇਰ ਸਿੰਘ ਜੀ ਲੱਖੋਵਾਲ ਸਾਹਿਬ ਜੀ ਉਹਨਾਂ ਦੇ ਨਾਲ ਮੇਰੇ ਫਾਦਰ ਸਾਹਿਬ ਜੀ ਕੰਮ ਕਰਦੇ ਰਹੇ ਨੇ ਜੀ। ਔਰ ਉਹਨਾਂ ਨੇ ਪੰਜਾਬ ਦਾ ਜਨਰਲ ਸੈਕਟਰੀ ਜੀ ਉਹਨਾਂ ਨੂੰ ਚੁਣਿਆ। ਜੀ ਉਸ ਤੋਂ ਬਾਅਦ ਜੀ ਫਿਰ ਸਰਦਾਰ ਭੁਪਿੰਦਰ ਸਿੰਘ ਮਾਨ ਜੀ ਨਾਲ ਜੀ ਮੇਰੇ ਫਾਦਰ ਸਾਹਿਬ ਉਹਨਾਂ ਨਾਲ ਅਟੈਚ ਹੋਏ। ਜੀ ਪਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਜੀ 2006 ਦੇ ਵਿੱਚ ਜੀ ਐਕਸਪਾਇਰ ਹੋ ਗਏ। ਜੀ ਉਸ ਤੋਂ ਬਾਅਦ ਅਸੀਂ ਇਸ ਜਥੇਬੰਦੀ ਦਾ ਪੁਨਰ ਗਠਨ ਕੀਤਾ ਜੀ ਔਰ ਜਿੰਦੇ ਇਸ ਸਮੇਂ ਤੇ ਜੀ ਪੰਜਾਬ ਦੇ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਨੇ, ਜੀ ਜਿਹੜੇ ਜ਼ਿਲ੍ਹਾ ਫਿਰੋਜ਼ਪੁਰ ਔਰ ਪਿੰਡ ਰਸੂਲਪੁਰ ਤੋਂ ਬਿਲੋਂਗ ਕਰਦੇ ਨੇ। ਜੀ ਔਰ ਸਾਡੀ ਵਿਰਾਸਤ ਵਿੱਚ ਜੀ ਇਹ ਸਾਨੂੰ ਭਾਰਤੀ ਕਿਸਾਨ ਯੂਨੀਅਨ ਜਥੇਬੰਦੀ ਮਿਲੀ ਹੋਈ ਹੈ। ਜੀ ਪਰ ਮੇਰੇ ਫਾਦਰ ਸਾਹਿਬ ਨੇ ਬਹੁਤ ਵੱਡੇ ਅੰਦੋਲਨਾਂ ਵਿੱਚ ਹਿੱਸਾ ਲਿਆ ਜੀ ਔਰ ਸਮੇਂ-ਸਮੇਂ ਦੇ ਅਨੁਸਾਰ ਜੀ ਉਹਨਾਂ ਨੇ 17 ਵਾਰ ਜੀ ਜੇਲ੍ਹ ਵੀ ਕੱਟੀ ਹੈਗੀ ਆ ਜੀ ਇਸ ਕਿਸਾਨੀ ਵਾਸਤੇ, ਕਿਸਾਨੀ ਨੂੰ ਬਚਾਉਣ ਵਾਸਤੇ। ਜੀ ਅੱਜ ਅਸੀਂ ਇਸ ਭਾਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਵਿੱਚ ਰਹਿ ਕੇ ਜੀ ਬਹੁਤ ਵੱਡਾ ਮਾਣ ਮਹਿਸੂਸ ਕਰਦੇ ਹਾਂ ਜੀ ਕਿਉਂਕਿ ਅੱਜ ਸੇਵਾ ਕਰਨ ਦਾ ਮੌਕਾ ਅੱਜ ਹੀ ਸਾਨੂੰ ਮਿਲਿਆ। ਜੀ ਜਦੋਂ ਤੋਂ ਲੈ ਕੇ 1 ਅਕਤੂਬਰ ਤੋਂ ਲੈ ਕੇ ਪਹਿਲਾਂ 2 ਮਹੀਨੇ ਜੀ ਇਹ ਅੰਦੋਲਨ ਪੰਜਾਬ ਵਿੱਚ ਚੱਲਿਆ। ਜੀ ਉਸ ਤੋਂ ਬਾਅਦ ਜੀ ਇਹ ਅੰਦੋਲਨ ਦਿੱਲੀ ਦੀਆਂ ਬਾਰਡਰਾਂ ਦੇ ਉੱਪਰ, ਦਿੱਲੀ ਦੀਆਂ ਬਰੂਹਾਂ ਦੇ ਉੱਪਰ ਜੀ ਇਸ ਅੰਦੋਲਨ ਚੱਲਦੇ ਨੂੰ ਲਗਭਗ ਜੀ 10 ਮਹੀਨੇ ਹੋ ਗਏ ਨੇ। ਜੀ ਪਰ ਇਸ ਅੰਦੋਲਨ ਨੇ ਬਹੁਤ ਕੁਝ ਪਾਇਆ ਹੈ ਜੀ ਕਿਉਂਕਿ ਇਸ ਅੰਦੋਲਨ ਨੇ ਅੱਜ ਉਹਨਾਂ ਲੋਕਾਂ ਨੂੰ ਵੀ ਸਿਖਾ ਦਿੱਤਾ ਹੈ ਜੀ ਜਿਹੜੇ ਕਿ ਕਿਸੇ ਸਮੇਂ ਤੇ ਇਹ ਗੱਲ ਕਹਿੰਦੇ ਸੀ ਜੀ ਵੀ ਇਹ ਜਥੇਬੰਦੀਆਂ ਜੀ ਐਵੇਂ ਤੁਰੀਆਂ ਫਿਰਦੀਆਂ ਨੇ। ਜੀ ਪਰ ਉਹਨਾਂ ਲੋਕਾਂ ਨੇ ਵੀ, ਜੀ ਉਹਨਾਂ ਕਿਸਾਨਾਂ ਨੇ ਵੀ ਇਸ ਅੱਜ ਕਿਸਾਨ ਮੋਰਚੇ ਦਾ, ਕਿਸਾਨ ਮੋਰਚੇ ਦਾ ਬਹੁਤ ਵੱਡਾ ਸਾਥ ਦਿੱਤਾ ਜੀ ਔਰ ਦੇਣ ਦਾ ਉਹਨਾਂ ਦਾ ਫਰਜ਼ ਵੀ ਬਣਦਾ ਸੀ। ਜੀ ਪਰ ਉਹਨਾਂ ਦੇ ਸਾਥ ਦੇਣ ਦੇ ਨਾਲ ਜੀ ਇਹ ਮੋਰਚਾ ਅੱਜ ਬਿਲਕੁਲ ਸਿਖਰਾਂ ਤੇ, ਬਿਲਕੁਲ ਪੀਕ ਤੇ ਹੈਗਾ। ਜੀ ਭਾਵੇਂ ਕਿ 11 ਮੀਟਿੰਗਾਂ ਜੀ ਸਾਡੀਆਂ ਕੇਂਦਰ ਸਰਕਾਰ ਨਾਲ ਹੋਈਆਂ ਨੇ ਜੀ ਪਰ ਉਸ 11 ਮੀਟਿੰਗਾਂ ਦੇ ਵਿੱਚ ਵੀ ਜੀ ਕਿਸਾਨ ਆਗੂਆਂ ਦੀ ਜੀ ਔਰ ਪੂਰੇ ਦੇਸ਼ ਦੇ ਕਿਸਾਨਾਂ ਦੀ ਜਿੱਤ ਰਹੀ ਹੈ। ਜੀ ਸਰਕਾਰ ਦੀ ਇਸ ਚੀਜ਼ ਵਿੱਚ ਹਾਰ ਰਹੀ ਹੈ। ਜੀ ਸਰਕਾਰ ਇਹਨਾਂ ਕਾਨੂੰਨਾਂ ਵਿੱਚ ਫੇਲ ਸਾਬਤ ਹੋਈ ਹੈ ਜੀ ਔਰ ਕਿਸਾਨ ਆਪਣਾ ਪੱਖ ਰੱਖਣ ਦੇ ਵਿੱਚ ਜੀ ਮਜ਼ਬੂਤੀ ਨਾਲ ਜੀ ਉਹਨਾਂ ਨੇ ਸਾਬਤ ਕੀਤਾ ਵੀ ਇਹ ਕਾਨੂੰਨ ਬਿਲਕੁਲ ਗਲਤ ਬਣੇ ਨੇ। ਜੀ ਇਹ ਕਾਨੂੰਨ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਵਾਸਤੇ ਬਣਾਏ ਗਏ ਨੇ ਔਰ ਸਾਡੀਆਂ ਜ਼ਮੀਨ ਜਾਇਦਾਦਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਦੇਣ ਵਾਸਤੇ ਇਹ ਕਾਨੂੰਨ ਤਿਆਰ ਕੀਤੇ ਗਏ ਨੇ। ਪਰ ਇਸ ਪਰੋਂ ਇਹ ਜਥੇਬੰਦੀ ਦੇ ਵਿੱਚ ਆਣ ਕੇ ਸੇਵਾਵਾਂ ਦਾ ਮੌਕਾ ਮਿਲਿਆ। ਅਸੀਂ ਤਾਂ ਇੱਕ ਆਪਣੇ ਵੱਲੋਂ ਕਹਿੰਦੇ ਆ ਵੀ ਸੇਵਾ ਕਰਕੇ, ਜੀ ਆਗੂ ਬਣ ਕੇ ਨਹੀਂ, ਸੇਵਾ ਕਰਕੇ, ਸੇਵਾਦਾਰ ਬਣ ਕੇ ਇਸ ਜਥੇਬੰਦੀ ਵਿੱਚ ਸੇਵਾ ਕਰ ਰਹੇ ਆ। ਅੱਜ ਸਿੰਘੂ ਬਾਰਡਰ ਦੇ ਉੱਪਰ ਵੀ ਬੈਠਿਆਂ ਨੂੰ ਸਾਨੂੰ 10 ਮਹੀਨੇ ਹੋ ਗਏ ਨੇ। 10 ਮਹੀਨਿਆਂ ਦੇ ਵਿੱਚੋਂ ਵੀ ਮੇਰੀ ਤਕਰੀਬਨ 20 ਤੋਂ 25 ਦਿਨ ਦੀ ਗੈਰ ਹਾਜ਼ਰੀ ਹੈ। ਉਹ ਵੀ ਕੋਈ ਰੁਝੇਵੇਂ ਐਮਰਜੈਂਸੀ ਪੈਂਦੇ ਰਹੇ, ਮੈਂ ਆਪਣੇ ਪਿੰਡ ਜਾਂਦਾ ਰਿਹਾ ਪਰ ਐਮਰਜੈਂਸੀ ਰੁਝੇਵੇਂ ਤੋਂ ਜਾਣੀ ਕਿ ਵੀ ਹੋਰ ਕਿਤੇ ਵੀ ਕਿਸੇ ਕੰਮ ਵਿੱਚ ਨਹੀਂ ਗਏ। ਜਿਸ ਤਰ੍ਹਾਂ ਕਿ ਮੁਜ਼ੱਫਰਨਗਰ ਦੀ ਰੈਲੀ ਸੀ, ਕੱਲ ਮਹਾਪੰਚਾਇਤ ਸੀ, ਉੱਥੇ ਜਾਣਾ ਪਿਆ ਕਿਉਂਕਿ ਇੱਥੇ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਜਿਵੇਂ ਜਿਵੇਂ ਡਿਊਟੀਆਂ ਲੱਗਦੀਆਂ ਨੇ ਅਸੀਂ ਤਨਦੇਹੀ ਨਾਲ ਉਹਨੂੰ ਨਿਭਾਉਂਦੇ ਹਾਂ। ਮੋਰਚਾ ਭਾਵੇਂ ਲੰਮਾ ਹੁੰਦਾ ਜਾ ਰਿਹਾ ਪਰ ਸਾਡੇ ਲੋਕਾਂ ਦਾ ਵਿਸ਼ਵਾਸ, ਦ੍ਰਿੜਤਾ, ਪਿਆਰ, ਭਾਵਨਾਵਾਂ
ਇਸ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਨੇ। ਇਹ ਮੋਰਚਾ ਅੱਗੇ ਵਧ ਰਿਹਾ। ਇਹ ਮੋਰਚਾ ਅਸੀਂ ਜਿੱਤ ਪ੍ਰਾਪਤ ਕਰਕੇ ਹੀ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਦੇ ਝੋਲੀ ਵਿੱਚ ਪਾਵਾਂਗੇ। ਇਹ ਮੋਰਚਾ ਅਸੀਂ ਅੱਜ ਨਹੀਂ ਤੇ ਕੱਲ ਜਿੱਤਾਂਗੇ, ਏਕੇ ਨਾਲ ਟੱਲ ਜਿੱਤਾਂਗੇ, ਅੱਜ ਨਹੀਂ ਤੇ ਕੱਲ ਜਿੱਤਾਂਗੇ। ਹੋਰ ਵੀ ਤੁਸੀਂ ਸਵਾਲ ਜਿਹੜਾ ਪੁੱਛਣਾ ਚਾਹੁੰਦੇ ਹੋ ਭਾਈ ਸਾਹਿਬ ਪੁੱਛ ਸਕਦੇ ਹੋ। ਬਲਵੰਤ ਸਿੰਘ ਜੀ, ਇਹ ਮੋਰਚੇ ਦੇ ਨਾਲ ਲੋਕ ਜੁੜੇ ਹੋਏ ਨੇ। ਇਹਨਾਂ ਦਾ ਮੁਜ਼ੱਫਰਨਗਰ ਦੀ ਜਿਹੜੀ ਰੈਲੀ ਆ ਉਹਨੇ ਵੀ ਸਾਬਤ ਕਰਤਾ, ਉੱਥੋਂ ਦਾ ਇਕੱਠ ਇਹ ਤੋਂ ਪਹਿਲਾਂ ਵੀ ਜਿੰਨੀਆਂ ਵੀ ਰੈਲੀਆਂ ਹੋਈਆਂ ਹਮੇਸ਼ਾ ਲੋਕਾਂ ਦਾ ਸਾਥ ਰਿਹਾ ਹੈ। ਤੇ ਜਦੋਂ ਪਹਿਲੇ ਦਿਨ ਤੁਸੀਂ ਦਿੱਲੀ ਨੂੰ ਘੇਰਾ ਪਾਇਆ, ਉਸ ਦਿਨ ਵੀ ਸਾਬਤ ਕਰਤਾ ਲੋਕਾਂ ਨੇ ਕਿ ਸਾਰੀ ਪਬਲਿਕ ਤੁਹਾਡੇ ਨਾਲ ਹੈ। ਪਰ ਕਿਸਾਨ ਮੋਰਚੇ ਨੇ ਹਾਲੇ ਪੋਲਿਟਿਕਸ 'ਚ ਜਿਹੜਾ ਫੈਸਲਾ ਨਹੀਂ ਕੀਤਾ ਕਿ ਅਸੀਂ ਇਲੈਕਸ਼ਨਾਂ 'ਚ, ਜਿਵੇਂ ਪੰਜਾਬ 'ਚ ਵੀ ਇਲੈਕਸ਼ਨ ਹੋ ਰਹੇ ਨੇ, ਬਾਅਦ 'ਚ ਹਰਿਆਣੇ 'ਚ ਵੀ ਇਲੈਕਸ਼ਨ ਹੋਣਗੇ, ਯੂਪੀ 'ਚ ਵੀ ਇਲੈਕਸ਼ਨ ਹੋਣਗੇ, ਕੀ ਅਸੀਂ ਇਲੈਕਸ਼ਨਾਂ 'ਚ ਮਤਲਬ ਕਿਸਾਨ ਜਥੇਬੰਦੀਆਂ ਭਾਗ ਲੈਣਗੀਆਂ ਕਿ ਨਹੀਂ ਲੈਣਗੀਆਂ? ਇਹ ਫੈਸਲਾ ਜਿਹੜਾ ਨਹੀਂ ਹੋ ਰਿਹਾ, ਕਿਉਂਕਿ ਲੋਕਤੰਤਰ ਹੈ। ਲੋਕਤੰਤਰ 'ਚ ਜੇ ਅਸੀਂ ਕੋਈ ਵੀ ਚੀਜ਼ ਹਾਸਲ ਕਰਾਂਗੇ, ਜੇ ਕਾਨੂੰਨ ਭਾਜਪਾ ਸਰਕਾਰ ਨੇ ਲਾਗੂ ਕੀਤੇ ਹਨ ਤੇ ਲੋਕਤੰਤਰ 'ਚ ਭਾਜਪਾ ਨੇ ਜਿੱਤ ਹਾਸਲ ਕਰਕੇ ਹੀ ਥੋਪੇ ਹੈ। ਜੇ ਭਾਜਪਾ ਇੰਡੀਆ 'ਚ ਜਿੱਤ ਹਾਸਲ ਨਾ ਕਰਦੀ, ਸੱਤਾ ਨਾ ਹਾਸਲ ਤੇ ਆਉਂਦੀ, ਤੇ ਭਾਜਪਾ ਇਹ ਕਿਸੇ ਵੀ ਹਾਲਤ 'ਚ ਜਿਹੜੇ ਕਾਨੂੰਨ ਲਾਗੂ ਨਹੀਂ ਕਰ ਸਕਦੀ। ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਲੋਕਤੰਤਰ 'ਚ ਜਦੋਂ ਇਹ ਸਿਸਟਮ ਹੀ ਹੈ, ਢਾਂਚਾ ਹੀ ਹੈ ਕਿ ਅਸੀਂ ਇਲੈਕਸ਼ਨ ਲੜ ਕੇ ਹੀ ਕੋਈ ਆਪਦੇ ਹੱਥ 'ਚ ਪਾਵਰ ਲੈ ਸਕਦੇ ਹਾਂ? ਜਿਹੜੀ ਦੇਖੋ ਭਾਈ ਸਾਹਿਬ ਜੀ, ਤੁਸੀਂ ਇਲੈਕਸ਼ਨਾਂ ਦੀ ਗੱਲ ਕਰਦੇ ਹੋ ਜੀ। ਜਿਹੜਾ ਸਾਡਾ ਮੋਰਚਾ ਚੱਲਦਾ ਕਿਸਾਨ ਅੰਦੋਲਨ ਜੀ, ਇਹਦੇ ਵਿੱਚੋਂ ਬਹੁਤ ਸਾਰੇ ਸਮੀਕਰਨ ਪੈਦਾ ਹੋ ਰਹੇ ਨੇ। ਓਕੇ, ਅਸੀਂ ਇਹ ਗੱਲ ਕਹਿੰਦੇ ਹਾਂ ਵੀ ਸਭ ਤੋਂ ਵੱਡਾ ਸਾਡਾ ਮੋਰਚਾ ਜੀ, ਉਸ ਤੋਂ ਬਾਅਦ ਇਲੈਕਸ਼ਨ ਹੈ ਜੀ। ਅਸੀਂ ਆਪਣੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦੇ ਹਾਂ ਜੀ, ਔਰ ਤੁਹਾਡੇ ਇਸ ਮਾਧਿਅਮ ਦੇ ਰਾਹੀਂ ਜੀ, ਇਹ ਵੀ ਸੰਦੇਸ਼ ਦੇਵਾਂਗੇ ਜੀ, ਵੀ ਜਿੰਨਾ ਚਿਰ ਮੋਰਚਾ ਚੱਲਦਾ ਹੈ ਜੀ, ਉਹਨਾਂ ਚਿਰ ਜੀ, ਕਿਸੇ ਵੀ ਸਿਆਸੀ ਪਾਰਟੀ ਨੂੰ ਜੀ, ਕਿਸੇ ਵੀ ਤਰੀਕੇ ਦੇ ਨਾਲ ਜੀ, ਉਹਨਾਂ ਨੂੰ ਸਵਾਲ ਪੁੱਛੇ ਜਾਣ, ਜਿਸ ਤਰ੍ਹਾਂ ਸਵਾਲ ਪੁੱਛੇ ਜਾ ਰਹੇ ਨੇ। ਜੀ, ਜੀ, ਅਸੀਂ ਆਲਰੇਡੀ ਜੀ, ਬੀਜੇਪੀ ਦਾ ਪੂਰੇ ਦੇਸ਼ ਵਿੱਚ ਵਿਰੋਧ ਕੀਤਾ ਹੋਇਆ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਵਿਰੋਧ ਕਰਦੇ ਹਾਂ। ਪਰ ਜਿਹੜੀਆਂ ਬਾਕੀ ਦੀਆਂ ਰਵਾਇਤੀ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ, ਅਸੀਂ ਉਹਨਾਂ ਨੂੰ ਪਿਛਲੇ ਦਿਨੀ ਇਹ ਸਪਸ਼ਟ ਕਹਿ ਦਿੱਤਾ ਜਦੋਂ ਸੁਖਬੀਰ ਸਿੰਘ ਬਾਦਲ ਨੇ ਮੋਗੇ ਦੇ ਵਿੱਚ ਆਪਣਾ ਪ੍ਰੋਗਰਾਮ ਰੱਖਿਆ ਔਰ ਉਸ ਪ੍ਰੋਗਰਾਮ ਦੇ ਵਿੱਚ ਸਾਡੇ ਕਿਸਾਨਾਂ ਨੂੰ ਬਹੁਤ ਉੱਥੇ ਲਾਠੀਚਾਰਜ ਹੋਇਆ, ਬਜ਼ੁਰਗਾਂ ਨੂੰ ਉੱਥੇ ਕੁੱਟਿਆ ਮਾਰਿਆ ਗਿਆ, ਇੱਥੋਂ ਤੱਕ ਕਿ ਨੌਜਵਾਨਾਂ ਦੇ ਤਲੀਆਂ ਦੇ ਉੱਪਰ ਵੀ ਸੋਟੇ ਪ੍ਰਸ਼ਾਸਨ ਨੇ ਮਾਰੇ ਔਰ ਇੱਥੋਂ ਤੱਕ ਇਹ ਗੱਲ ਕਹਿ ਦਿੱਤੀ ਸਾਡੇ ਕਿਸਾਨਾਂ ਨੂੰ ਸੁਖਬੀਰ ਸਿੰਘ ਜੀ ਬਾਦਲ ਨੇ ਵੀ ਮੈਂ ਇੱਕ ਇਸ਼ਾਰਾ ਕਰ ਦੇਵਾਂ ਤੇ ਇਹ ਸਵਾਲ ਪੁੱਛਣ ਵਾਲੇ ਲੱਭਣੇ ਨਹੀਂ। ਮੈਂ ਬਾਦਲ ਸਾਹਿਬ ਨੂੰ ਇਹ ਗੱਲ ਕਹਾਂਗਾ, ਜੇ ਐਸਕੇਐਮ ਇੱਕ ਇਸ਼ਾਰਾ ਕਰ ਦੇਵੇ ਤੇ ਸਿਆਸੀ ਪਾਰਟੀ ਕੋਈ ਵੀ ਪਿੰਡਾਂ ਦੇ ਵਿੱਚ ਵੜ ਨਹੀਂ ਸਕਦੀ। ਅਸੀਂ ਸਾਡਾ ਮੋਰਚਾ ਵੱਡਾ, ਸਿਆਸਤ ਛੋਟੀ ਹੈ, ਚੋਣਾਂ ਛੋਟੀਆਂ ਨੇ, ਇਲੈਕਸ਼ਨ ਛੋਟਾ ਹੈ। ਅਸੀਂ ਕਹਿੰਦੇ ਹਾਂ ਮੋਰਚਾ ਪਹਿਲਾਂ ਜਿੱਤ ਲਈਏ, ਫਿਰ ਜਿਵੇਂ ਸਾਡੇ ਕਿਸਾਨ ਕਹਿਣਗੇ ਅਸੀਂ ਉਸ ਤਰੀਕੇ ਦੇ ਨਾਲ ਚੱਲਾਂਗੇ, ਉਸ ਤਰੀਕੇ ਨਾਲ ਅੱਗੇ ਵੱਧ ਕੇ ਇਸ ਮੋਰਚੇ ਨੂੰ ਹੋਰ ਵਧਾਵਾਂਗੇ। ਪਰ ਦੇਖੋ ਜਿੰਨਾ ਚਿਰ ਇਹ ਮੋਰਚਾ ਸਾਡਾ ਬਾਕੀ ਪੈਂਡਿੰਗ ਪਿਆ ਹੋਇਆ, ਉਹਨਾਂ ਚਿਰ ਅਸੀਂ ਕਿਸੇ ਵੀ ਜਾਣੀ ਕਿ ਵੀ ਇਸ ਫੈਸਲੇ ਨੂੰ ਫੈਸਲਾ ਨਹੀਂ ਲੈ ਸਕਦੇ। ਜਿਹੜਾ ਫੈਸਲਾ ਹੁੰਦਾ ਹੈ ਉਹ ਕਿਸਾਨ ਜਥੇਬੰਦੀਆਂ ਦੇ ਵਿੱਚ ਅਸੀਂ ਬੈਠ ਕੇ ਕਰਦੇ ਹਾਂ। ਸਾਡੇ ਫੈਸਲੇ 32 ਕਿਸਾਨ ਜਥੇਬੰਦੀਆਂ ਦੇ ਵਿੱਚ, ਉਸ ਤੋਂ ਬਾਅਦ ਐਸਕੇਐਮ ਦੀ ਮੀਟਿੰਗ ਵਿੱਚ ਬੈਠ ਕੇ ਅਸੀਂ ਫੈਸਲੇ ਜਿਹੜੇ ਲੈਂਦੇ ਆ, ਬੜੀ ਉਹਦੀ ਪੜਚੋਲ ਕਰਨੀ ਪੈਂਦੀ ਹੈ, ਬੜੀ ਘੋਖ ਕਰਨੀ ਪੈਂਦੀ ਹੈ, ਤਾਂ ਹੀ ਉਹ ਲੋਕਾਂ ਦੇ ਸਾਹਮਣੇ ਫੈਸਲਾ ਲਿਆਂਦਾ ਜਾਂਦਾ ਹੈ। ਕਈ ਵਾਰ ਅਸੀਂ ਅੰਦਰ ਬੈਠੇ ਭਾਵੇਂ ਸਾਡੀ ਗੁੱਟਬੰਦੀ ਹੋਵੇ, ਸਾਡੀਆਂ ਭਾਵੇਂ ਅਲੱਗ-ਅਲੱਗ ਵਿਚਾਰਧਾਰਾ ਹੋਣ, ਪਰ ਜੋ ਅਸੀਂ ਫੈਸਲਾ ਕਰਦੇ ਆ ਉਹ ਅਸੀਂ ਇੱਕ ਮੁੱਠ ਹੋ ਕੇ ਕਰਦੇ ਆ। ਸਾਡੀ ਬਾਹਰ ਜਿਹੜੀ ਆਵਾਜ਼ ਹੁੰਦੀ ਹੈ, ਜਦੋਂ ਪ੍ਰੈਸ ਕਾਨਫਰੰਸ ਪੀਸੀ ਕਰਦੇ ਆ, ਉਦੋਂ ਵੀ ਸਾਡੀ ਇੱਕ ਆਵਾਜ਼ ਦੇ ਵਿੱਚ ਅਸੀਂ ਉਹ ਫੈਸਲਾ ਕਰਕੇ ਬਾਹਰ ਲੋਕਾਂ ਦੇ ਵਿੱਚ ਪਹੁੰਚਾਉਣੇ ਆ। ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਵੀ ਜਥੇਬੰਦੀਆਂ ਅਲੱਗ-ਅਲੱਗ ਨੇ, ਇਹਨਾਂ ਦੀਆਂ ਵਿਚਾਰਧਾਰਾ ਅਲੱਗ-ਅਲੱਗ ਨੇ। ਅਸੀਂ ਸੰਦੇਸ਼ ਚਾਹੁੰਦਾ ਦੇਣਾ ਤੁਹਾਡੇ ਮਾਧਿਅਮ ਰਾਹੀਂ, ਜਥੇਬੰਦੀਆਂ ਪਹਿਲਾਂ ਵੀ ਇੱਕ ਸੀ, ਜਥੇਬੰਦੀਆਂ ਅੱਜ ਵੀ ਇੱਕ ਨੇ ਔਰ ਇਸ ਰਹਿੰਦੀ ਦੁਨੀਆ ਤੱਕ ਇਹ ਜਥੇਬੰਦੀਆਂ ਇੱਕ ਰਹਿਣਗੀਆਂ। ਕਿਉਂਕਿ ਐਸਕੇਐਮ ਦਾ ਇੱਕ ਬ੍ਰਾਂਡ ਬਣ ਚੁੱਕਾ, ਲੋਗੋ ਬਣ ਚੁੱਕਾ ਹੈ। ਇਸ ਲੋਗੋ ਦਾ ਫਾਇਦਾ ਅੱਜ ਸਾਰੀ ਦੁਨੀਆ ਨੂੰ ਹੋਣਾ ਹੈ। ਜੇ ਕਿਸਾਨ ਜਿੱਤੇਗਾ ਤੇ ਪੂਰਾ ਦੇਸ਼ ਜਿੱਤੇਗਾ, ਪੂਰਾ ਆਵਾਮ ਜਿੱਤੇਗਾ। ਬਿਲਕੁਲ ਬਲਵੰਤ ਸਿੰਘ ਜੀ, ਜਿਵੇਂ ਤੁਸੀਂ ਕਿਹਾ ਕਿ ਅੱਜ ਦੀ ਡੇਟ 'ਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਨੀਚੇ ਨੇ, ਜਿਹੜੇ ਲੋਕ ਨੇ ਉਹ ਕਿਸਾਨ ਮੋਰਚੇ ਨਾਲ ਜੁੜੇ ਹੋਏ ਨੇ। ਕਿਸਾਨ ਮੋਰਚੇ ਦੀਆਂ ਹਦਾਇਤਾਂ ਇੱਕ ਨੰਬਰ 'ਤੇ ਹੈ। ਬਾਕੀ ਜਿਹੜੀ ਕਿਸਾਨ ਮੋਰਚੇ ਦੀ ਹਰ ਫੈਸਲਾ ਜਿਹੜੇ ਆਮ ਪਬਲਿਕ ਆ, ਪੰਜਾਬ ਦੀ ਹੋਵੇ, ਭਾਵੇਂ ਹਰਿਆਣੇ ਦੀ ਹੋਵੇ, ਭਾਵੇਂ ਯੂਪੀ ਦੀ ਹੋਵੇ, ਪਹਿਲਾਂ ਇਹ ਪੰਜਾਬ ਤੱਕ ਸੀਮਿਤ ਸੀ, ਫਿਰ ਹਰਿਆਣੇ ਤੱਕ ਹੋਇਆ, ਯੂਪੀ ਤੱਕ, ਹੁਣ ਪੂਰੇ ਇੰਡੀਆ ਦੀ ਜਿਹੜੀ ਆਮ ਜਨਤਾ ਹੈ ਉਹ ਕਿਸਾਨਾਂ ਦੇ ਪਿੱਠ 'ਤੇ ਹੈ, ਕਿਸਾਨ ਮੋਰਚੇ ਦੀ ਪਿੱਠ 'ਤੇ ਹੈ। ਤੇ ਬਲਵੰਤ ਸਿੰਘ ਜੀ, ਇੱਕ ਸਵਾਲ ਹੋਰ ਹੈ ਕਿ ਕਿਸਾਨ ਮੋਰਚਾ ਜਿਹੜਾ, ਜਿਵੇਂ ਕਿ ਭਾਜਪਾ ਸਰਕਾਰ
ਬਹੁਤ ਜਿਵੇਂ ਕਰਨਾਲ ਲਾਠੀਚਾਰਜ ਹੋਇਆ, ਮੋਗੇ ਹੋਇਆ, ਹੋਰ ਬਹੁਤ ਸਾਰੇ ਜਿਵੇਂ ਪਹਿਲੇ ਦਿਨ ਵੀ ਜਦੋਂ ਕਿਸਾਨ ਮੋਰਚਾ ਨੇ ਦਿੱਲੀ ਘੇਰਾ ਪਾਇਆ, ਉਸ ਦਿਨ ਵੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਭੜਕਾਉਣ ਦੀ, ਹਿੰਸਾ ਕਰਾਉਣ ਦੀ। ਉਸ ਤੋਂ ਬਾਅਦ 'ਚ ਵੀ ਲਗਾਤਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹਨੂੰ ਹਿੰਸਕ ਰੂਪ ਦਿੱਤਾ ਜਾਵੇ, ਪਰ ਮੋਰਚੇ ਦੀ ਜਿਹੜੀ ਬਹੁਤ ਵਧੀਆ ਪਲੈਨਿੰਗ ਨਾਲ ਤੇ ਸੂਝਵਾਨ ਲੀਡਰਾਂ ਦੀ ਅਗਵਾਈ ਨਾਲ ਅੱਜ ਤੱਕ ਜਿਹੜਾ ਬਹੁਤ ਲੰਬਾ ਸਮਾਂ ਜਿਹੜਾ ਕਿਸਾਨ ਸੰਘਰਸ਼ ਹੈ ਸ਼ਾਂਤੀਪੂਰਨ ਚੱਲ ਰਿਹਾ ਹੈ। ਤੇ ਕਿਸਾਨ ਜਿਹੜੇ ਮੋਰਚੇ ਨੇ ਲਗਾਤਾਰ ਹਦਾਇਤਾਂ ਕੀਤੀਆਂ ਹੋਈਆਂ ਕਿ ਭਾਜਪਾ ਤੋਂ ਬਿਨਾਂ ਹੋਰ ਕਿਸੇ ਪਾਰਟੀ ਦਾ ਘਰੋ ਨਹੀਂ ਕਰਨਾ ਤੇ ਸਵਾਲ ਕਰਨੇ ਹੈ। ਤੇ ਪਰ ਜਿਹੜੇ ਹੁਣ ਆਮ ਸਿਆਸੀ ਪਾਰਟੀਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹ ਕਿਸਾਨ ਮੋਰਚੇ ਦੀ ਜਿਹੜੀ ਹਦਾਇਤਾਂ ਦੀ ਉਲੰਘਣਾ ਹੈ, ਕੁਛ ਧਿਰਾਂ ਜਾਂ ਕੁਛ ਸ਼ਰਾਰਤੀ ਅਨਸਰ ਹੈ ਜਿਹੜੇ ਪੰਜਾਬ 'ਚ ਰੈਲੀਆਂ 'ਚ ਖੱਲੜ ਪਾਉਂਦੇ ਆ। ਕੀ ਤੁਸੀਂ ਸੋਚਦੇ ਹੋ ਕਿ ਉਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਵਰਕਰ ਨੇ, ਜਾਂ ਜਿਵੇਂ ਅਕਾਲੀ ਦਲ ਦੋਸ਼ ਲਾ ਰਿਹਾ ਕਿ ਉਹ ਕਾਂਗਰਸੀ ਵਰਕਰ ਨੇ, ਜਾਂ ਹੋਰ ਕੀ ਤੁਸੀਂ ਇਹਦੇ ਬਾਰੇ ਤੁਹਾਡੇ ਕੀ ਰਾਏ? ਦੇਖੋ, ਜਿਹੜਾ ਕਿਸਾਨ ਅੰਦੋਲਨ ਹੈ ਜੀ, ਇਹ ਇੰਨਾ ਜ਼ਿਆਦਾ ਸ਼ਾਂਤਮਈ ਅੰਦੋਲਨ ਚੱਲਦਾ ਪਿਆ ਵੀ ਜਿਹੜਾ ਇਤਿਹਾਸ ਦੇ ਪੰਨਿਆਂ ਵਿੱਚ ਇਹਨੂੰ ਸ਼ਾਂਤਮਈ ਅੰਦੋਲਨ ਦੇ ਨਾਲ ਲਿਖ ਦਿੱਤਾ ਗਿਆ, ਹੋਰ ਨਿਬੜਿਆ ਜੀ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਕਿਸਾਨਾਂ ਦੀ, ਜੀ, ਜਦੋਂ ਰਵਾਇਤੀ ਪਾਰਟੀਆਂ ਪਹਿਲਾਂ ਤਾਂ ਗੱਲ ਇਹ ਕਹਿੰਦੀਆਂ ਸੀ ਵੀ ਇੱਥੇ ਕਿਸਾਨ ਜੀ ਜਿਹੜੇ ਨਹੀਂ ਬੈਠੇ ਜੀ, ਇਹ ਤਾਂ ਜਿਵੇਂ ਬੀਜੇਪੀ ਕਹਿੰਦੀ ਸੀ ਅੱਤਵਾਦੀ ਨੇ, ਇਹ ਮਾਓਵਾਦੀ ਨੇ, ਨਕਸਲਵਾਦੀ ਨੇ, ਪਰ ਕਿਸਾਨਾਂ ਨੇ ਕਿਸਾਨ ਹੋਣਾ ਸਾਬਤ ਕਰ ਦਿੱਤਾ ਵੀ ਇਹ ਕਿਸਾਨਾਂ ਦਾ ਹੀ ਮੋਰਚਾ, ਕਿਸਾਨ ਹੀ ਆਪਣੇ ਹੱਕ ਵਾਸਤੇ ਬੈਠੇ ਹੋਏ ਨੇ। ਇੱਥੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈਗੀ। ਭਾਵੇਂ ਇਸ ਮੋਰਚੇ ਨੂੰ ਕਈ ਤਰੀਕੇ ਦੇ ਨਾਲ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਮੋਰਚਾ ਉਸ ਅਕਾਲ ਪੁਰਖ ਦੀ, ਵਾਹਿਗੁਰੂ ਦੀ ਹੱਥ ਹੋਣ ਦੇ ਨਾਲ, ਇਸ ਮੋਰਚੇ ਦੇ ਨਾਲ ਜਿਸ ਵੀ ਇਨਸਾਨ ਨੇ ਗਲਤ ਨਿਗਾਹ ਨਾਲ ਦੇਖਿਆ ਜਾਂ ਇੱਥੇ ਆਣ ਕੇ ਜਾ ਕੇ ਵਿਚਾਰਧਾਰਾ ਗਲਤ ਰੱਖੀ ਹੈ, ਉਹ ਕੁਦਰਤੀ ਵੀਰ ਜੀ ਬੈਕਫੁੱਟ ਤੇ ਚਲਾ ਗਿਆ। ਉਹ ਭਾਵੇਂ ਕਿਸੇ ਵੀ ਤਰ੍ਹਾਂ ਦਾ ਇਨਸਾਨ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਪਰ ਇਸ ਮੋਰਚੇ ਦੇ ਉੱਪਰ ਵਾਹਿਗੁਰੂ ਦਾ ਪੂਰਾ ਹੱਥ ਹੈਗਾ। ਇੱਥੇ ਸਵੇਰੇ ਅੰਮ੍ਰਿਤ ਵੇਲੇ ਤੋਂ ਸਾਰੇ ਧਰਮਾਂ ਦੀ ਬਾਣੀ ਪੜ੍ਹੀ ਜਾਂਦੀ ਹੈ, ਸਾਰੇ ਧਰਮਾਂ ਨੂੰ ਪਿਆਰ ਕੀਤਾ ਜਾਂਦਾ। ਅਸੀਂ ਇਹੋ ਹੀ ਸੰਦੇਸ਼ ਦੇਣਾ ਚਾਹਾਂਗੇ ਤੁਹਾਡੇ ਮਾਧਿਅਮ ਰਾਹੀਂ, ਇਹ ਮੋਰਚਾ ਅੱਜ ਵੀ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਬਹੁਤ ਉਚਾਈਆਂ ਤੇ ਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਚਾਈਆਂ ਤੇ ਰਹੇਗਾ। ਮੋਰਚਾ ਜਿੰਨਾ ਲੰਬਾ ਹੋਵੇਗਾ ਉਨੀ ਵੱਡੀ ਸ਼ਾਨਦਾਰ ਜਿੱਤ ਹੋਵੇਗੀ। ਜਦੋਂ ਚਾਬੀਆਂ ਜ਼ਿਆਦੀਆਂ ਹੋਣ, ਜਿੰਦੇ ਜ਼ਿਆਦੇ ਹੋਣ, ਕਈ ਵਾਰ ਆਖਰੀ ਚਾਬੀ ਨਾਲ ਵੀ ਜਿਹੜਾ ਤਾਲਾ ਖੁੱਲ ਜਾਂਦਾ ਹੈ। ਇਹ ਡੈਡਲੌਕ ਜੋ ਬਣਿਆ ਹੋਇਆ, ਇਹਨੂੰ ਇੱਕ ਦਿਨ ਆਖਰੀ ਚਾਬੀ ਨਾਲ ਖੁੱਲੂਗਾ। ਸਰਕਾਰ ਨੂੰ ਇਸ ਗੱਲ ਤੇ ਆਉਣਾ ਪਏਗਾ ਵੀ ਕਿਸਾਨਾਂ ਦੇ ਮਸਲੇ ਹੱਲ ਕਰਨੇ ਪੈਣਗੇ, ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਵੀ ਇੱਥੇ ਕਿਸਾਨ ਨਹੀਂ ਬੈਠੇ, ਇੱਥੇ ਹੋਰ ਲੋਕ ਬੈਠੇ ਨੇ, ਪਰ ਦੂਜੇ ਪਾਸੇ ਜਦੋਂ ਰਵਾਇਤੀ ਪਾਰਟੀਆਂ ਪੰਜਾਬ ਵਿੱਚ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਦੀਆਂ ਨੇ, ਉਸ ਸਮੇਂ ਇਹ ਗੱਲ ਕਹਿੰਦੀਆਂ ਨੇ ਇਹ ਕਿਸਾਨ ਨਹੀਂ। ਦੱਸੋ ਫਿਰ ਜਿਹੜੇ ਉੱਥੇ ਪਿੰਡਾਂ ਵਿੱਚ ਰਹਿੰਦੇ ਨੇ ਉਹ ਕੌਣ ਨੇ? ਉਹ ਕੋਈ ਚੈਨਾ ਵਿੱਚੋਂ ਆਣ ਕੇ ਨਹੀਂ ਰਹਿੰਦੇ, ਉਹ ਸਾਡੇ ਦੇਸ਼ ਦੇ ਰਹਿਣ ਵਾਲੇ ਲੋਕ ਨੇ। ਉਹ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਵੀ ਇਹ ਸਾਨੂੰ ਦੱਸ ਸਕਣ ਵੀ ਅਸੀਂ ਕਿਸਾਨ ਆ ਜਾਂ ਕੌਣ ਆ। ਅਸੀਂ ਕਿਸਾਨਾਂ ਦੇ ਪੁੱਤ ਆ, ਸ਼ੁਰੂ ਤੋਂ ਲੈ ਕੇ ਸਾਡੇ ਦਾਦੇ ਪੜਦਾਦੇ ਮਹਾਦਾਦੇ ਜਿਹੜੇ ਉਹ ਕਿਸਾਨੀ ਦਾ ਕੰਮ ਕਰਦੇ ਰਹੇ ਨੇ, ਜਿਨ੍ਹਾਂ ਨੇ ਉੱਚੀਆਂ ਨੀਵੀਆਂ ਜ਼ਮੀਨਾਂ ਨੂੰ, ਪਹਾੜ ਵਰਗੀਆਂ ਜ਼ਮੀਨਾਂ ਨੂੰ ਪੱਧਰਾ ਕਰਕੇ ਅਨਾਜ ਪੈਦਾ ਕਰਕੇ ਇਹਨਾਂ ਲੋਕਾਂ ਨੂੰ ਦੇਣਾ ਕੀਤਾ ਹੈ। ਅੱਜ ਸਾਨੂੰ ਇਹ ਅੱਤਵਾਦੀ ਦੱਸਦੇ ਨੇ ਕਿ ਜਿਹੜਾ ਅਸੀਂ ਅਨਾਜ ਜਿਹੜਾ ਪੈਦਾ ਕਰਦੇ ਜ਼ਮੀਨਾਂ ਦੇ ਵਿੱਚ, ਕਿ ਉਹ ਵੀ ਅੱਤਵਾਦੀ, ਉਹਦੀ ਵੀ ਪ੍ਰਸ਼ਾਦਾ ਛਕਦੇ ਨੇ, ਉਸੇ ਆਟੇ ਦੀ ਰੋਟੀ ਇਹ ਖਾਂਦੇ ਨੇ, ਉਸੇ ਰੋਟੀ ਦੀ ਆਟਾ ਜਿਹੜਾ ਅਸੀਂ ਖਾਂਦੇ ਆ। ਪਰ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਪਤਾ ਨਹੀਂ ਸਾਡੇ ਵਾਸਤੇ ਕਿਵੇਂ ਗਲਤ ਬਣੀਆਂ ਹੋਈਆਂ ਨੇ। ਜਿਹੜੀ ਕੌਮ ਨੂੰ, ਜਿਹੜੇ ਧਰਮ ਨੂੰ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਸੀਸ ਬਲੀਦਾਨ ਦਿੱਤਾ ਹੋਵੇ, ਅੱਜ ਉਹ ਲੋਕ ਕੁਰਸੀਆਂ ਤੇ ਬੈਠ ਕੇ ਸਾਡੇ ਵਾਸਤੇ ਹੁਕਮ ਕਰਨ। ਇਹ ਲੋਕ ਇਦਾਂ ਦੇ ਨੇ, ਲੋਕ ਇਦਾਂ ਦੇ ਨੇ, ਉਹ ਸਾਡੇ ਵਿਰਸੇ ਨੂੰ ਭੁੱਲ ਚੁੱਕੇ ਨੇ, ਉਹ ਸਾਡੇ ਸਿਧਾਂਤ ਨੂੰ ਭੁੱਲ ਚੁੱਕੇ ਨੇ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵਾਰਸ ਹਾਂ। ਇਹ ਮੋਰਚਾ ਫਤਿਹ ਕਰਕੇ ਜਾਵਾਂਗੇ, ਭਾਵੇਂ ਕਿ ਕਈ ਇੱਥੇ ਇਹੋ ਜਿਹੀਆਂ ਤਾਕਤਾਂ ਆਉਂਦੀਆਂ ਨੇ ਇਸ ਮੋਰਚੇ ਨੂੰ ਫੇਲ ਕਰਨ ਵਾਸਤੇ, ਪਰ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਸ ਮੋਰਚੇ ਨੂੰ ਪਹਿਲ ਦਿਓ। ਤੇ ਨਾਲ ਦੀ ਨਾਲ ਸੰਦੇਸ਼ ਦੇਣਾ ਚਾਹਾਂਗੇ ਸਾਡੇ ਪੰਜਾਬ ਦੇ ਵਾਸੀਆਂ ਨੂੰ, ਪੂਰੇ ਦੇਸ਼ ਦੇ ਕਿਸਾਨ ਦੇ ਵਾਸੀਆਂ ਨੂੰ, ਵੀ ਇਸ ਮੋਰਚੇ ਨਾਲ ਵੱਧ ਤੋਂ ਵੱਧ ਜੁੜੋ, ਤਾਂ ਕਰਕੇ ਇਸ ਮੋਰਚੇ ਨੂੰ ਅਸੀਂ ਭਰ ਸਕੀਏ, ਆਪਣੀ ਤਾਕਤ ਬਣਾ ਸਕੀਏ। ਜਿੰਨੀ ਤਾਕਤ ਸਾਡੀ ਵੱਧ ਹੋਵੇਗੀ, ਦੇਖੋ ਕੱਲ ਤੁਸੀਂ ਦੇਖਿਆ ਮਹਾਪੰਚਾਇਤ ਮੁਜ਼ੱਫਰਨਗਰ ਦੇ ਵਿੱਚ ਹੋਈ ਹੈ, ਏਡਾ ਵੱਡਾ ਇਕੱਠ ਲੋਹੇ ਦੀ ਲੱਠ ਵਰਗਾ ਸਾਬਤ ਹੋਇਆ ਕਿ ਸਰਕਾਰਾਂ ਦੇ ਭਾਰੀ ਬਣ ਗਈ। ਖੁਦ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ, ਲੀਡਰ ਨੇ, ਮੰਨ ਚੁੱਕੇ ਨੇ ਵੀ ਇਹ ਬੜਾ ਵੱਡਾ ਇਕੱਠ ਸੀਗਾ। ਉਸ ਇਕੱਠ ਨੇ ਸਾਬਤ ਕੀਤਾ ਹੈ ਵੀ ਇੱਕ ਪੰਜਾਬ ਤੇ ਹਰਿਆਣੇ ਦਾ ਇਹ ਇਕੱਠ ਨਹੀਂ ਹੈਗਾ, ਇਹ ਪੰਜਾਬ ਤੇ ਹਰਿਆਣੇ ਦਾ ਇਕੱਲਾ ਅੰਦੋਲਨ ਨਹੀਂ, ਇਹ ਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ। ਇਹ ਜਿੱਥੇ ਬਿਹਾਰ ਵੀ ਹੈ, ਕੇਰਲਾ ਵੀ ਹੈ, ਮਹਾਰਾਸ਼ਟਰ ਹੈ, ਮੱਧ ਪ੍ਰਦੇਸ਼ ਹੈ, ਇੱਥੇ ਸਾਰੀਆਂ ਜਾਨੀ ਕਿ ਸਟੇਟਾਂ ਦਾ ਇਹ ਸਾਂਝਾ ਅੰਦੋਲਨ ਲੜਿਆ ਜਾ ਰਿਹਾ। ਕਿਸਾਨ ਤਾਂ ਕਿਤੇ ਵੀ ਹੈ, ਕਿਸਾਨ ਤੋਂ ਖੇਤੀ ਕਰਕੇ ਅਨਾਜ ਪੈਦਾ ਕਰਦਾ ਪਿਆ। ਅਸੀਂ 24-25 ਫਸਲਾਂ ਪੈਦਾ ਕਰਕੇ
ਇਹਨਾਂ ਲੋਕਾਂ ਦੇ ਮੂੰਹ ਵਿੱਚ ਪਾਉਣੇ ਆ। ਅਜੇ ਵੀ ਇਹ ਲੋਕ ਸਾਨੂੰ ਕਿਹੜੀ ਨਿਗਾਹ ਨਾਲ ਦੇਖਦੇ ਨੇ। ਮੈਂ ਕਹਾਂਗਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਮਾੜਾ, ਇੰਨਾ ਨੀਚ, ਇੰਨੀ ਘਰੋਣੀ ਹਰਕਤ ਵਾਲਾ ਕਿਤੇ ਨਹੀਂ ਹੋਣਾ ਵੀ ਆਪਣੀ ਮੈਂ ਜ਼ਿੰਦਗੀ ਦੇ ਦੇਖਿਆ ਨਹੀਂ ਹੈਗਾ। ਕਿਉਂਕਿ ਦੇਸ਼ ਦਾ ਰਾਜਾ ਤਾਂ ਪ੍ਰਜਾ ਦਾ ਖਿਆਲ ਰੱਖਦਾ। ਇਹ ਤਾਂ ਚੌਕੀਦਾਰ ਕਹਿੰਦਾ ਮੈਂ ਚੌਕੀਦਾਰ ਹਾਂ, ਚੌਕੀਦਾਰ ਰਹਿ ਕੇ ਸਾਰਾ ਕੁਝ ਵੇਚ ਰਿਹਾ। ਤੁਹਾਡੇ ਸਾਹਮਣੇ 에ਅਰਪੋਰਟਾਂ ਵੇਚਤੀਆਂ, ਰੇਲ ਮਹਿਕਮਾ ਵੇਚਤਾ, ਇੱਥੋਂ ਤੱਕ ਕਿ ਜਿੰਨੀਆਂ ਪ੍ਰਾਪਰਟੀ ਨੇ ਸਰਕਾਰੀ ਉਹ ਵੇਚ ਦਿੱਤੀਆਂ। ਇਹਨਾਂ ਲੋਕਾਂ ਨੇ ਤਾਂ ਇਹ ਕਾਰਪੋਰੇਟ ਘਰਾਣਿਆਂ ਨੂੰ ਗੱਲ ਕਹਿਤੀ ਏ, ਪੈਸਾ ਤੁਹਾਡਾ, ਹੁਕਮ ਤੁਹਾਡਾ, ਰਾਜ ਸਾਡਾ। ਇਹ ਹੈ ਚੌਕੀਦਾਰਾਂ ਦਾ ਕੰਮ। ਪਰ ਚੌਕੀਦਾਰ ਹੋ ਕੇ ਦੇਸ਼ ਨੂੰ ਵੇਚਣਾ ਮੈਂ ਸਮਝਾਂਗਾ ਬਹੁਤ ਮਾੜੀ ਗੱਲ ਹੈ। ਚੌਕੀਦਾਰਾਂ ਦਾ ਫਰਜ਼ ਹੁੰਦਾ ਪਿੰਡ ਦੀ ਰਾਖੀ ਕਰਨੀ, ਚੌਕੀਦਾਰਾਂ ਦਾ ਫਰਜ਼ ਹੁੰਦਾ ਗੋਦਾਮਾਂ ਦੀ ਰਾਖੀ ਕਰਨੀ, ਚੌਕੀਦਾਰਾਂ ਦਾ ਫਰਜ਼ ਹੁੰਦਾ ਮਾਲਾਂ ਦੀ ਰਾਖੀ ਕਰਨੀ। ਇਹ ਤਾਂ ਮਾਲਾਂ ਦੇ ਉੱਪਰ ਬੈਠ ਕੇ, ਗੋਦਾਮਾਂ ਤੇ ਬੈਠ ਕੇ ਸਾਰਾ ਕੁਝ ਵੇਚ ਰਿਹਾ। ਅੱਜ ਇਹ ਕਹਿੰਦਾ ਡਿਜੀਟਲ ਇੰਡੀਆ, ਮੈਂ ਕਹਿੰਦਾ ਸੇਲ ਇੰਡੀਆ, ਇੰਡੀਆ ਨੂੰ ਸੇਲ ਕਰ ਦਿੱਤਾ ਗਿਆ। ਇਸ ਇੰਡੀਆ ਨੂੰ ਬਚਾਉਣ ਵਾਸਤੇ ਮੈਂ ਬੇਨਤੀ ਕਰਾਂਗਾ ਵੱਧ ਤੋਂ ਵੱਧ ਪਿੰਡਾਂ ਵਿੱਚੋਂ ਸਾਡਾ 13,000 ਦੇ ਕਰੀਬ ਪੰਜਾਬ ਦੇ ਵਿੱਚ ਪਿੰਡ ਹੈ। ਜੇ ਇੱਕ ਪਿੰਡ ਵਿੱਚੋਂ 2 ਵੀ ਆਉਣ ਤੇ 26,000 ਬੰਦਾ ਫਿਰ ਵੀ ਸਾਡਾ ਬੰਦਾ ਹੈਗਾ। ਸਾਡੀ ਫਰਿਆਦ ਹੈ, ਸਾਡੀ ਇਹੋ ਪਰਜੋਰ ਅਪੀਲ ਹੈਗੀ ਆ ਵੀ ਵੱਧ ਤੋਂ ਵੱਧ ਇਸ ਮੋਰਚਿਆਂ ਵਿੱਚ ਆਣ ਕੇ ਪਹਿਲ ਕਦਮੀ ਕਰੋ, ਤਾਂ ਕਰਕੇ ਅਸੀਂ ਜਿੱਤ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਪਰਤ ਸਕੀਏ। ਭਲਵਾਨ ਸਿੰਘ ਜੀ, ਤੁਸੀਂ ਸਾਡੇ ਚੈਨਲ ਲਈ, ਸਾਡੇ ਦਰਸ਼ਕਾਂ ਲਈ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਜੀ। ਹਲਚਲ ਟੀਵੀ ਦਾ ਫਿਰ ਮੈਂ ਅੰਤ ਵਿੱਚ ਬਹੁਤ ਬਹੁਤ ਕੈਨੇਡਾ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਸਮੇਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਰੇ ਆਗੂ ਸਾਹਿਬਾਨਾਂ ਦੀ ਇੰਟਰਵਿਊ ਲੈ ਰਹੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਮੈਨੂੰ ਆਸ ਹੈ ਕਿ ਬਲਵੰਤ ਸਿੰਘ ਜੀ ਦੀ ਜਿਹੜੀ ਅਪੀਲ ਹੈ ਕਿ ਇਸ ਮੋਰਚੇ ਨੂੰ ਹੋਰ ਕਾਮਯਾਬ ਕਰਨ ਦੀ, ਕਿਸਾਨੀ ਦਾ ਜਿਹੜੀ ਜਿੱਤ ਹਾਸਲ ਕਰਨ ਲਈ ਤੁਸੀਂ ਸਾਡੇ ਨਾਲ ਜੁੜੇ ਰਹੋਗੇ। ਦੇਸ਼ਾਂ ਵਿਦੇਸ਼ਾਂ 'ਚੋਂ ਇਸੇ ਤਰ੍ਹਾਂ ਜਿਵੇਂ ਪਹਿਲਾਂ ਕਿਸਾਨ ਮੋਰਚੇ ਨੂੰ, ਕਿਸਾਨ ਸੰਘਰਸ਼ ਨੂੰ ਤੁਸੀਂ ਸਾਥ ਦਿੰਦੇ ਰਹੋ। ਆਸ ਹੈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਾਥ ਦਿਓਗੇ ਤੇ ਕਿਸਾਨ ਮੋਰਚਾ ਆਖਰ ਵਿੱਚ ਜਿੱਤ ਹਾਸਲ ਕਰੇਗਾ। ਇਹ ਜਿੱਤ ਇਕੱਲੇ ਕਿਸਾਨਾਂ ਦੀ ਨਹੀਂ, ਕਿਸਾਨ ਮੋਰਚੇ ਦੀ ਨਹੀਂ, ਇੱਕ ਦੁਨੀਆ ਦੀ ਪਬਲਿਕ ਦੀ ਜਿੱਤ ਹੈ, ਲੋਕਾਂ ਦੀ ਜਿੱਤ ਹੈ, ਲੋਕ ਹਿੱਤਾਂ ਦੀ ਜਿੱਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।